सतनाम श्री वाहिगुरु साहिब जीओ। बिन तुद होर जे मंगना, सिर दुखां कै दुख। देह नाम संतोखिया, उतरै मन की भुख। हर के नाम के व्यापारी, हीरा हाथ चढ़िया निर्मोलक। छूट गई संसारी, किन्ही बनजिया कांची तांबा। किन्ही लौंग सुपारी, संत बनजिया नाम गोविंद का। ऐसी खेप हमारी, संत बनजिया नाम गोविंद का। ऐसी खेप हमारी। जुगो जुगा टल चवर छत्र तक दे मालक, दसां पातशाहियां जी दी जोत हाजर नाजर। श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठी गुरु प्यारी, गुरु सवारी, गुरु की साजी साज के नवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन वृत्तियां कागर करके जुड़ करके बहन दी कृपालता करिए। समय और सुआसां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करिए। आप संगत ने जो हुण तक लड़ीवार शब्द विचार कथा गुरबाणी सरवण कीती है, विचार इथों तक सी कि जिस वेले सतगुरु गुरु हरगोबिंद महाराज जी दे पुत्र सत्कारयोग श्री सूरजमल जी दे विआह आनंद कारज संपन्न होए ने उपरंत बली खां अब्दुल खान दा पुत्र अब्दुल खान जलंधर दा सूबेदार जो कि सतगुरु जी दे हथों जंग युद्ध दे विच मारिया गया सी। हुण वली खान ने सतगुरु जी दे नाल वैर विरोध रखना कीता ते सतगुरु जी तो अपने पिता दा बदला लैण दी विचार कीती है। उपरंत कहंदे जदों शाहजहान इधर जलंधर विखे आया सी, उहदे नाल मिल के गल्लां बातां उदां दीयां विचारां करके शाहजहान नूं प्रेरित करके सतगुरु जी के खिलाफ भड़काउणा चाहुंदा सी। पर बाद विच शाहजहान ने पूर्ण तौर पर पड़चोल की कि अंदरों गल की आ। पता लगन ते वली खां झूठा पिया ते कहंदे उहदा पूर्ण तौर पर निरादर किया। गुरु नानक दे दर करदे निंदक दा पापी नूं सजा देना कीती है। उहदा अहुदा खो लिया, कैदखाने विच बंद कर दिता गया उसनूं। इदां करके कहंदे वली खान दा निरादर होया अब्दुल खान दे पुत्र दा। ते हुण सतगुर दी कृपा रहमत वरती। कहंदे अमृतसर दी धरती ते खुशियां वरत रहीआं ने। सतगुर जी सिखां दे उत्ते बख्शिशां रहमतां करदे। सतगुर दे सन्मुख दूरों दूरों संगतां आउंदियां दर्शन पईआं करदियां ने। समा बीतदा गया। कहंदे एक दिन सतगुरु जी ने विचार की, सिखां नूं हुक्म किया। सतगुरु जी ने
4 ਸਾਹਿਬਜ਼ਾਦੇ ਆਪਣੇ ਨਾਲ ਲਏ ਨੇ। ਸ਼੍ਰੀ ਗੁਰਦਿੱਤਾ ਜੀ, ਸ਼੍ਰੀ ਸੂਰਜਮਲ ਜੀ, ਸ਼੍ਰੀ ਅਣੀ ਰਾਏ ਜੀ ਤੇ ਸਤਿਕਾਰਯੋਗ ਤੇਗ ਬਹਾਦਰ ਜੀ। ਇਹ ਚਾਰੇ ਪੁੱਤਰ ਸਤਿਗੁਰੂ ਜੀ ਨੇ ਨਾਲ ਲਏ। ਕੁਝ ਕੁ ਸਿੱਖਾਂ ਨੂੰ ਨਾਲ ਲਿਆ ਤੇ ਸਤਿਗੁਰੂ ਜੀ ਕਹਿੰਦੇ ਸਿੱਖੋ ਤਿਆਰੀ ਕਰੋ, ਇਧਰ ਅੰਮ੍ਰਿਤਸਰ ਦੀ ਧਰਤੀ ਤੇ ਅਸੀਂ ਪਹਾੜਾਂ ਵੱਲ ਕਹਿੰਦੇ ਸ਼ਿਕਾਰ ਖੇਡਣ ਜਾਣਾ ਏ ਤੇ ਪੂਰਨ ਤੌਰ ਤੇ ਤਿਆਰੀ ਕਰੋ। ਸਤਿਗੁਰੂ ਜੀ ਕਹਿੰਦੇ ਸਿੱਖਾਂ ਨੇ ਗੁਰੂ ਸਤਿਗੁਰ ਦਾ ਹੁਕਮ ਮੰਨ ਕੇ, ਬਚਨ ਮੰਨ ਕੇ ਉਸ ਵੇਲੇ ਤਿਆਰੀ ਕਰਨਾ ਕੀਤੀ। ਪਿਆਰਿਓ ਘੋੜੇ ਤਿਆਰ ਕੀਤੇ, ਕਾਠੀਆਂ ਪਾਈਆਂ ਨੇ, ਜਿੰਨੇ ਵੀ ਸ਼ਾਸਤਰ ਵਸਤਰ ਚਾਹੀਦੇ ਸਨ ਪ੍ਰਾਪਤ ਕੀਤੇ। ਸਤਿਗੁਰ ਦੀ ਕਿਰਪਾ ਹੋਈ। ਉਸ ਵੇਲੇ ਸਤਿਗੁਰੂ ਜੀ ਵੀ ਤਿਆਰ ਹੋਏ ਨੇ, ਨਾਲ ਚਾਰੇ ਸਾਹਿਬਜ਼ਾਦੇ ਗੁਰੂ ਸਤਿਗੁਰੂ ਜੀ ਦੇ। ਇਧਰ ਅੰਮ੍ਰਿਤਸਰ ਦੀ ਧਰਤੀ ਤੇ ਪਹਾੜਾਂ ਵੱਲ ਜੰਗਲ ਬਿਆਬਾਨ ਦੇ ਵਿੱਚ ਸਤਿਗੁਰੂ ਜੀ ਸ਼ਿਕਾਰ ਖੇਡਣ ਚੱਲੇ ਨੇ ਤੇ ਸਤਿਗੁਰੂ ਜੀ ਘਣੇ ਜੰਗਲ ਵਿੱਚ ਗਏ। ਉੱਥੇ ਜਾ ਕੇ ਅਨੇਕ ਪਸ਼ੂ ਪੰਛੀਆਂ ਦਾ ਸਤਿਗੁਰੂ ਜੀ ਨੇ ਸ਼ਿਕਾਰ ਕੀਤਾ। ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਦੀ ਜਿਹੜੀ ਜੂਨ ਹੈ ਉਹ ਨਿਵਰਤ ਕਰ ਦਿੱਤੀ ਹੈ, ਕੱਟ ਦਿੱਤੀ ਹੈ, ਖਤਮ ਕਰ ਦਿੱਤੀ ਹੈ। ਸਤਿਗੁਰ ਦੀ ਬਖਸ਼ਿਸ਼ ਰਹਿਮਤ ਵਰਤੀ। ਉਸ ਵੇਲੇ ਕਹਿੰਦੇ ਸਤਿਗੁਰੂ ਜੀ ਨੇ ਜਦੋਂ ਕਾਫੀ ਸ਼ਿਕਾਰ ਖੇਡਿਆ, ਸਵੇਰ ਤੋਂ ਦੁਪਹਿਰ, ਦੁਪਹਿਰ ਤੋਂ ਸ਼ਾਮ ਹੋਈ, ਹੁਣ ਸ਼ਾਮ ਤੋਂ ਰਾਤ ਹੋਈ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਸਿੱਖੋ ਇੱਥੇ ਹੀ ਟਿਕਾਣਾ ਕੀਤਾ ਜਾਵੇ। ਜੰਗਲ ਦੇ ਵਿੱਚ, ਘਣੇ ਜੰਗਲ ਦੇ ਵਿੱਚ ਪੜਾਓ ਕੀਤਾ ਜਾਵੇ, ਇੱਥੇ ਹੀ ਬਤੀਤ ਕਰਾਂਗੇ ਰਾਤ। ਸਤਿਗੁਰੂ ਜੀ ਨੇ ਜਦੋਂ ਏਦਾਂ ਹੁਕਮ ਕੀਤਾ, ਸਿੱਖਾਂ ਨੇ ਤੰਬੂ ਲਾਏ, ਜਲ ਪਾਣੀ ਤਿਆਰ ਕੀਤਾ, ਲੋੜ ਮੁਤਾਬਕ ਛਕਣਾ ਕੀਤਾ, ਰਾਤ ਸੁੱਖਾਂ ਦੀ ਬਤੀਤ ਕੀਤੀ ਸੌਂ ਕੇ। ਸਤਿਗੁਰੂ ਜੀ ਸਵੇਰ ਤੋਂ ਦੁਪਹਿਰ, ਦੁਪਹਿਰ ਤੋਂ ਸ਼ਾਮ ਤੱਕ ਜਿੰਨੇ ਵੀ ਸਿੱਖ ਸੰਗਤ ਸਨ, ਸਤਿਗੁਰ ਦੇ ਨਾਲ 4 ਸਾਹਿਬਜ਼ਾਦੇ ਉਹਨਾਂ ਨਾਲ ਮਿਲ ਕੇ ਸ਼ਿਕਾਰ ਕੀਤਾ, ਖੇਡੇ ਨੇ ਤੇ ਸਤਿਗੁਰ ਦੇ ਸਿੱਖ ਥੱਕ ਚੁੱਕੇ ਤੇ ਥੱਕਦੇ ਹੋਏ ਜਦੋਂ ਪਏ ਆ, ਪੈਣ ਸਾਰੀ ਕਹਿੰਦੇ ਉਹਨਾਂ ਨੂੰ ਨੀਂਦ ਆ ਗਈ, ਖੂੜੀ ਨੀਂਦ ਆਈ ਤੇ ਆਰਾਮ ਦੇ ਨਾਲ ਰਾਤ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ, ਸਭ ਨੇ ਇਸ਼ਨਾਨ ਪਾਣ ਕੀਤਾ, ਕਿਰਿਆ ਸੋਧੀ ਹੈ। ਗੁਰਬਾਣੀ ਦੇ ਜਾਪ ਦੇ ਵਿੱਚ ਜੁੜੇ ਨੇ। ਉਪਰੰਤ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਚਨ ਕੀਤਾ, ਸਿੱਖੋ ਆ ਨਜ਼ਦੀਕ ਇੱਥੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਵੱਡੇ ਪੁੱਤਰ ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਰਹਿੰਦੇ ਆ, ਜਿਹੜੇ ਕਿ ਜਪ ਤਪ ਦੇ ਵਿੱਚ ਰੋਮ ਰੋਮ ਕਰਕੇ ਭਿੱਜੇ ਹੋਏ ਨੇ, ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਪੂਰਨ ਕਿਰਪਾ। ਕਹਿੰਦੇ ਉਹ ਗੁਰੂ ਨਾਨਕ ਦੇ ਮਹਾਰਾਜ ਦੇ ਵੱਡੇ ਪੁੱਤਰ ਇੱਧਰ ਤਪ ਕਰਦੇ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਰਹਿਮਤ ਹੈ ਗੁਰੂ ਨਾਨਕ ਦੇ ਮਹਾਰਾਜ ਦੀ। ਕਹਿੰਦੇ ਸਾਡਾ ਦਿਲ ਕਰਦਾ ਉਹਨਾਂ ਦਾ ਦਰਸ਼ਨ ਕਰੀਏ, ਇਥੋਂ ਕੁਝ ਕੁ ਦੂਰੀ ਤੇ ਹੀ ਹੈ। ਤੇ ਸਿੱਖਾਂ ਨੇ ਸਤਿਗੁਰ ਦੇ ਵਿਚਾਰ ਨੂੰ ਸਮਝਣਾ ਕੀਤਾ। ਉਸ ਵੇਲੇ ਸਤਿਗੁਰ ਦੇ ਵਚਨਾਂ ਨੂੰ ਮੰਨਿਆ। ਸਤਿਗੁਰੂ ਜੀ ਆਪ ਜੀ ਦੀ ਜਿਵੇਂ ਮਰਜ਼ੀ ਹੈ, ਚਲੋ ਚੱਲ ਕੇ ਦਰਸ਼ਨ ਕਰੀਏ ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਦੇ, ਜੋ ਕਿ ਹੁਣ ਤੱਕ ਬਹੁਤ ਬਿਰਧ ਅਵਸਥਾ ਦੇ ਹੋ ਚੁੱਕੇ ਨੇ। ਰੋਮ ਰੋਮ ਉਹਨਾਂ ਦਾ ਕਹਿੰਦੇ ਬੰਦਗੀ ਵਿੱਚ ਲੀਨ ਹੈ, ਉਹਨਾਂ ਦੇ ਉੱਤੇ ਪੂਰਨ ਬਖਸ਼ਿਸ਼ ਰਹਿਮਤ ਹੈ। ਚਲੋ ਸਤਿਗੁਰੂ ਜੀ ਦਰਸ਼ਨ ਕਰੀਏ, ਜਿਵੇਂ ਆਪ ਜੀ ਦਾ ਹੁਕਮ ਹੈ। ਕਹਿੰਦੇ ਘੋੜੇ ਤਿਆਰ ਕੀਤੇ ਗਏ। ਇੱਧਰ ਪਹਾੜਾਂ ਦੇ ਵਿੱਚ ਦੀ ਹੁੰਦੇ ਹੋਏ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਈ। ਪੁੱਛਦੇ ਪਛਾਉਂਦੇ ਸਤਿਕਾਰਯੋਗ ਸ਼੍ਰੀ ਚੰਦ ਜੀ ਦੇ ਕੋਲ, ਬਾਬਾ ਜੀ ਦੇ ਕੋਲ ਪਹੁੰਚ ਗਏ ਨੇ ਤੇ ਕਾਫੀ ਦੂਰੀ ਤੇ ਸਤਿਗੁਰੂ ਜੀ ਘੋੜੇ ਤੋਂ ਉਤਰ ਗਏ। ਸਤਿਕਾਰ ਕਰਦੇ ਬਾਬਾ ਸ਼੍ਰੀ ਚੰਦ ਜੀ ਦਾ
ਕੁਝ ਕੁ ਫਾਸਲੇ ਤੋਂ ਕਹਿੰਦੇ ਤੁਰ ਕੇ ਸਤਿਗੁਰ ਜੀ ਸਤਿਕਾਰ ਕਰਦੇ ਗਏ ਨੇ। ਜਦੋਂ ਗਏ ਨਮਸਕਾਰ ਕੀਤੀ, ਹਾਲ ਚਾਲ ਅੱਗੋਂ ਪਿੱਛੋਂ ਪੁੱਛਿਆ ਗਿਆ, ਆਮੋ ਸਾਹਮਣੇ ਵਿਚਾਰ ਕੀਤੀ ਗਈ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਦੀ। ਉਸ ਵੇਲੇ ਨਿਮਰਤਾ ਸਹਿਤ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਵਰਤ ਰਹੀ, ਸਭ ਸੁੱਖ ਸ਼ਾਂਤ ਹੈ। ਇਦਾਂ ਦੀ ਵਿਚਾਰ ਹੋਈ ਹੈ। ਤੇ ਉਸ ਵੇਲੇ ਸਤਿਗੁਰ ਦੀ ਕਿਰਪਾ ਹੋਈ, ਕਹਿੰਦੇ ਚਾਰੇ ਸਾਹਿਬਜ਼ਾਦੇ ਗੁਰੂ ਸਤਿਗੁਰੂ ਹਰਗੋਬਿੰਦ ਮਹਾਰਾਜ ਦੇ ਨਾਲ ਹੈ ਬਿਰਾਜਮਾਨ ਹੋਏ ਨੇ। ਤੇ ਗੱਲ ਚਲਦਿਆਂ ਚਲਦਿਆਂ ਗੁਰੂ ਨਾਨਕ ਦੀ ਦਰਕਾਰ ਦੀ ਗੱਲ ਕਰਦਿਆਂ ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ, ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਕਹਿਣ ਲੱਗੇ, ਜੀ ਤੁਹਾਡੇ ਪੁੱਤਰ ਕਿੰਨੇ ਆ? ਉਸ ਵੇਲੇ ਨਿਮਰਤਾ ਸਹਿਤ ਸਤਿਗੁਰੂ ਜੀ ਕਹਿਣ ਲੱਗੇ, ਜੀ ਪਹਿਲੇ ਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਸੀ, 5 ਪੁੱਤਰ ਸਨ। ਸੂਰਜ ਮੱਲ ਜੀ, ਬਾਬਾ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ ਤੇ ਔਰ ਸਭ ਤੋਂ ਛੋਟੇ ਤੇਗ ਬਹਾਦਰ ਜੀ। ਹੁਣ ਕਹਿੰਦੇ ਇਹਨਾਂ ਵਿੱਚੋਂ 4 ਸਾਹਿਬਜ਼ਾਦੇ 4 ਪੁੱਤਰ ਰਹਿ ਗਏ ਨੇ। ਸਤਿਕਾਰਯੋਗ ਬਾਬਾ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਣੀ ਰਾਏ ਜੀ ਔਰ ਤੇਗ ਬਹਾਦਰ ਜੀ। ਅਟਲ ਰਾਏ ਜੀ ਕਹਿੰਦੇ ਪ੍ਰਮਾਤਮਾ ਦੇ ਭਾਣੇ ਅਨੁਸਾਰ ਫਾਨੀ ਸੰਸਾਰ ਦੇ ਵਿੱਚੋਂ ਗਬਨ ਕਰ ਚੁੱਕੇ, ਭਾਵ ਮਿਰਤੂ ਹੋ ਗਏ ਨੇ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਜੀ ਦੇ ਨਾਲ ਇਦਾਂ ਬਚਨ ਵਿਲਾਸ ਵੇ ਕਰਦੇ ਆ। ਤੇ ਅਚਨਚੇਤ ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕੀਤੇ, ਕਹਿੰਦੇ 1 ਪੁੱਤਰ ਸਾਨੂੰ ਦੇ ਦਿਓ। ਤੁਹਾਡੇ ਕੋਲ 3 ਪੁੱਤਰ ਰਹਿ ਜਾਣਗੇ, ਹੁਣ 3 ਪੁੱਤਰ ਮੰਨਿਓ, 1 ਪੁੱਤਰ ਸਾਨੂੰ ਦਿਓ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਨਿਮਰਤਾ ਸਹਿਤ ਕਿਹਾ, ਜੀ 1 ਕੀ 4 ਹੀ ਪੁੱਤਰ ਤੁਹਾਡੇ ਆ, ਆਪ ਜੀ ਬਖਸ਼ਿਸ਼ ਕਰੋ। ਉਸ ਵੇਲੇ ਸਤਿਕਾਰਯੋਗ ਸ਼੍ਰੀ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਸਨਮੁਖ ਅਰਪਣ ਕਰ ਦਿੱਤਾ ਕਿ ਅੱਜ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਤੁਹਾਡੇ ਪੁੱਤਰ ਹੈ, ਤੁਹਾਡੇ ਸਨਮੁਖ ਅਰਪਣ ਕੀਤੇ ਆ। ਕਾਫੀ ਲੰਮੇ ਸਮੇਂ ਤੱਕ ਸਤਿਗੁਰੂ ਜੀ ਉੱਥੇ ਰਹੇ, ਬਾਬਾ ਸ਼੍ਰੀ ਚੰਦ ਜੀ ਦੇ ਕੋਲ ਬਚਨ ਵਿਚਾਰ ਕਰਦੇ ਰਹੇ, ਵਿਲਾਸ ਕਰਦੇ ਰਹੇ, ਅਨੇਕ ਪ੍ਰਕਾਰ ਦੀਆਂ ਵਿਚਾਰਾਂ ਕੀਤੀਆਂ, ਗੁਰੂ ਨਾਨਕ ਦੇ ਦਰ ਕਰਦੀਆਂ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਉਸ ਵੇਲੇ ਸਿੱਖਾਂ ਨੇ ਵੀ ਸੇਵਾ ਭਾਵਨਾ ਸਹਿਤ ਬਾਬਾ ਸ਼੍ਰੀ ਚੰਦ ਜੀ ਦੇ ਸਨਮੁਖ ਰਹਿਣਾ ਕੀਤਾ। ਹੁਣ ਕਾਫੀ ਲੰਮੇ ਸਮੇਂ ਉਪਰੰਤ ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਤੋਂ ਆਗਿਆ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਇਧਰ ਅੰਮ੍ਰਿਤਸਰ ਦੀ ਧਰਤੀ ਤੇ ਵਾਪਸ ਆ ਗਏ। ਬਾਬਾ ਗੁਰਦਿੱਤਾ ਜੀ ਨੂੰ ਸੌਂਪ ਕੇ ਵਾਪਸ ਆਏ ਨੇ ਤੇ ਆ ਕੇ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਕਾਰ ਵਿਹਾਰ ਗੁਰੂ ਨਾਨਕ ਦੇ ਦਰ ਕਰਦੇ ਕਰਨਾ ਕੀਤੇ, ਸੰਗਤਾਂ ਨੂੰ ਦਰਸ਼ਨ ਕੀ ਦਿੱਤੇ ਨੇ, ਸਿੱਖੀ ਪ੍ਰਦਾਨ ਕੀਤੀ ਹੈ। ਸਤਿਗੁਰੂ ਜੀ ਬਖਸ਼ਿਸ਼ਾਂ ਰਹਿਮਤ ਇਦਾਂ ਵਰਤਾ ਰਹੇ ਨੇ। ਉਸ ਵੇਲੇ ਕਹਿੰਦੇ ਜਦੋਂ ਕਾਫੀ ਲੰਮਾ ਸਮਾਂ ਬਤੀਤ ਹੋਇਆ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਦਿਨ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਮੈਂ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਸਤਿਗੁਰੂ ਜੀ ਨੂੰ ਮਿਲ ਕੇ ਆਵਾਂ। ਤੇ ਇਧਰੋਂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਮਨ ਦੇ ਵਿੱਚ ਵੀ ਬਾਬਾ ਗੁਰਦਿੱਤਾ ਜੀ ਦੇ ਪ੍ਰਤੀ ਬੜਾ ਪਿਆਰ ਹੈ, ਬੜੀ ਖਿੱਚ ਹੈ। ਯਾਦ ਕਰਦੇ ਨੇ ਰੋਜ਼ ਬਾਬਾ ਗੁਰਦਿੱਤਾ ਜੀ ਨੂੰ ਤੇ ਸਤਿਗੁਰੂ ਜੀ ਦੀ ਕਿਰਪਾ ਵਰਤੀ। ਕਹਿੰਦੇ ਉਸ ਵੇਲੇ ਬਾਬਾ ਗੁਰਦਿੱਤਾ ਜੀ ਦੇ ਮਨ ਦੇ ਵਿੱਚ ਵੀ ਵਿਚਾਰ ਆਈ ਕਿ ਮੈਂ ਸਤਿਗੁਰੂ ਜੀ ਨੂੰ ਮਿਲਾਂ ਜਾ ਕੇ। ਕਾਫੀ ਸਮਾਂ ਬਤੀਤ ਹੋ ਗਿਆ, ਦਰਸ਼ਨ ਨਹੀਂ ਕੀਤੇ ਗੁਰੂ ਸਤਿਗੁਰੂ ਜੀ ਦੇ। ਤੇ ਜਾ ਕੇ ਕਹਿੰਦੇ ਹਿਰਦੇ ਵਿੱਚ ਭਾਵਨਾ ਜਾਗੀ। ਉਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਆਗਿਆ ਲੈ ਕੇ ਕਹਿੰਦੇ ਪੂਰਨ ਤੌਰ ਤੇ ਵਿਚਾਰ ਕਰਦੇ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਇਧਰੋਂ ਪਹਾੜਾਂ ਵੱਲੋਂ ਚੱਲ ਕੇ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਸ਼ਨ ਕੀਤੇ
ਤੇ ਮਨ ਦੇ ਵਿੱਚ ਚਾਉ ਉਤਪੰਨ ਹੋਇਆ, ਖੁਸ਼ੀ ਪ੍ਰਾਪਤ ਹੋਈ ਹੈ। ਉਹ ਖੁਸ਼ੀ ਪ੍ਰਾਪਤ ਹੋਈ ਜਿਹੜੀ ਸੰਸਾਰ ਦੇ ਵਿੱਚੋਂ ਕਿਤੋਂ ਵੀ ਪ੍ਰਾਪਤ ਨਹੀਂ ਹੁੰਦੀ। ਜਿਹੜੀ ਖੁਸ਼ੀ ਧਨ ਦੌਲਤ ਵੱਡੇ ਵੱਡੇ ਪ੍ਰਾਪਤੀ ਕਰਕੇ, ਜ਼ਮੀਨਾਂ ਜਾਇਦਾਦਾਂ ਕੋਠੀਆਂ ਪ੍ਰਾਪਤ ਕਰਕੇ ਨਹੀਂ ਖੁਸ਼ੀ ਪ੍ਰਾਪਤ ਹੁੰਦੀ, ਉਹ ਖੁਸ਼ੀ ਹੁਣ ਸਤਿਗੁਰ ਦੇ ਦਰਸ਼ਨ ਪ੍ਰਾਪਤ ਕਰਕੇ ਪ੍ਰਾਪਤ ਹੋਣਾ ਕੀਤੀ ਬਾਬਾ ਗੁਰਦਿੱਤਾ ਜੀ ਨੂੰ। ਆਨੰਦ ਵੱਖਰਾ ਹਿਰਦੇ ਵਿੱਚ ਛਾਇਆ ਹੈ, ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ। ਤੇ ਕਹਿੰਦੇ ਹੁਣ ਜਦੋਂ ਸਮਾਂ ਕਾਫੀ ਹੋ ਗਿਆ, ਇੱਧਰ ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰ ਦੇ ਸਨਮੁਖ ਅੰਮ੍ਰਿਤਸਰ ਦੀ ਧਰਤੀ ਤੇ ਆਇਆ ਹੋਇਆ ਨੂੰ ਇੱਕ ਦਿਨ ਵਿਚਾਰ ਕੀਤੀ ਸਤਿਗੁਰ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਨਾਲ। ਕਹਿੰਦੇ ਜੀ ਤੁਸੀਂ ਇਉਂ ਕਰੋ, ਇੱਧਰ ਕਹਿੰਦੇ ਪਹਾੜਾਂ ਦੇ ਵੱਲ ਜਿੱਧਰ ਬਿਆਸ ਦਰਿਆ ਏ, ਸਤਲੁਜ ਦਰਿਆ ਏ, ਕਹਿੰਦੇ ਇੱਧਰ ਚੱਲ ਕੇ ਸਤਲੁਜ ਦਰਿਆ ਦੇ ਕਿਨਾਰੇ ਇੱਕ ਨਗਰ ਵਸਾਉਣਾ ਤੁਸੀਂ। ਤੇ ਉਹ ਨਗਰ ਵਸਾਉਣ ਵਾਸਤੇ ਤੁਹਾਨੂੰ ਕਹਿੰਦੇ ਇੱਕ ਬਹੁਤ ਪੁਰਾਣੇ ਲੰਮੇ ਸਮੇਂ ਦਾ ਫਕੀਰ, ਵਿਰਧ ਫਕੀਰ ਬੁੱਢਣ ਛਾਹ ਉਡੀਕ ਕਰ ਰਿਹਾ। ਉਹਨਾਂ ਦੇ ਕੋਲ ਜਾਓ, ਜਾ ਕੇ ਉਹਨਾਂ ਦੀ ਜਿਹੜੀ ਲੰਮੇ ਸਮੇਂ ਦੀ ਉਡੀਕ ਹੈ ਉਹ ਪੂਰੀ ਕਰੋ। ਤੇ ਜਾ ਕੇ ਉਹਨਾਂ ਤੋਂ ਪੁੱਛੋ ਤੁਸੀਂ ਨਗਰ ਨਵਾਂ ਵਸਾਉਣਾ ਏ, ਗੁਰੂ ਨਾਨਕ ਦੇ ਦਰਕਾਰ ਦੀ ਸਿੱਖੀ ਦਾ ਵਿਸਥਾਰ ਕਰਨਾ ਏ। ਜਾ ਕੇ ਉਹਨਾਂ ਤੋਂ ਪੁੱਛੋ ਨਗਰ ਕਿੱਥੇ ਵਸਾਈਏ, ਕਿਵੇਂ ਵਸਾਈਏ, ਉਹ ਤੁਹਾਨੂੰ ਆਪ ਹੀ ਦੱਸਣਗੇ। ਤੇ ਬਾਬਾ ਗੁਰਦਿੱਤਾ ਜੀ ਬੜੇ ਹੈਰਾਨ ਹੋਏ। ਉਹ ਕਹਿਣ ਲੱਗੇ ਸਤਿਗੁਰੂ ਜੀ ਮੈਂ ਤੇ ਇਦਾਂ ਦੇ ਕਿਸੇ ਬਜ਼ੁਰਗ ਨੂੰ, ਕਿਸੇ ਬੁੱਢਣ ਛਾਹ ਫਕੀਰ ਨੂੰ ਜਾਣਦਾ ਤੱਕ ਨਹੀਂ ਆ, ਨਾ ਮੈਨੂੰ ਉਹਨੇ ਦੇਖਿਆ ਤੇ ਨਾ ਮੈਂ ਉਹਨੂੰ ਦੇਖਿਆ ਕਦੇ। ਸਤਿਗੁਰੂ ਜੀ ਮੈਨੂੰ ਉਹਦੀ ਪਛਾਣ ਕਿਵੇਂ ਆਵੇਗੀ ਜਾਂ ਉਹਨੂੰ ਮੇਰੀ ਪਛਾਣ ਕਿਵੇਂ ਆਵੇਗੀ? ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਹੱਸ ਕੇ ਮੁਸਕਰਾ ਕੇ ਕਿਹਾ, ਕਹਿੰਦੇ ਗੁਰਦਿੱਤਾ ਜੀ ਉਹ ਬੁੱਢਣ ਛਾਹ ਜੀ ਅੱਜ ਤੋਂ ਨਹੀਂ ਤੁਹਾਨੂੰ ਉਡੀਕਦੇ, ਉਹਦੇ ਗੁਰੂ ਨਾਨਕ ਦੇ ਮਾਰ ਦੇ ਸਮੇਂ ਤੋਂ ਤੁਹਾਨੂੰ ਉਡੀਕ ਰਹੇ ਨੇ। ਉਸ ਵੇਲੇ ਪੁੱਛਿਆ ਸਤਿਗੁਰੂ ਜੀ ਕਿਵੇਂ? ਤੇ ਸਤਿਗੁਰੂ ਹਰਗੋਬਿੰਦ ਮਹਾਰਾਜ ਨੇ ਹੱਸ ਕੇ ਮੁਸਕਰਾ ਕੇ ਦੱਸਿਆ, ਕਹਿੰਦੇ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ 4 ਉਦਾਸੀਆਂ ਧਾਰਨ ਕਰਕੇ ਸਿੱਖ ਸੰਗਤਾਂ ਦੇ ਸਨਮੁਖ ਉਪਦੇਸ਼ ਦਿੰਦੇ, ਗਿਆਨ ਪ੍ਰਦਾਨ ਕਰਦੇ ਸਨ। ਤੇ ਸਤਿਗੁਰੂ ਜੀ ਸਿੱਖੀ ਦਾ ਵਿਸਥਾਰ ਕਰਦੇ ਕਰਦੇ ਇੱਧਰ ਇਸ ਸਤਲੁਜ ਦੇ ਦਰਿਆ ਦੇ ਕਿਨਾਰੇ ਆਏ, ਇੱਥੇ ਪਹੁੰਚੇ ਸਨ ਜਿੱਥੇ ਸਤਿਕਾਰਯੋਗ ਬਾਬਾ ਬੁੱਢਣ ਛਾਹ ਜੀ ਆਪਣਾ ਸਮਾਂ ਬਤੀਤ ਕਰਦਾ, ਫਕੀਰ ਸਮਾਂ ਬਤੀਤ ਕਰਦਾ ਸੀ। ਇਹਦੇ ਕੋਲ ਕੁਝ ਕੁ ਬੱਕਰੀਆਂ ਰੱਖੀਆਂ ਨੇ ਤੇ ਬੰਦਗੀ ਰੋਮ ਰੋਮ ਕਰਕੇ ਕਰਦਾ ਏ। ਤੇ ਇੱਕ ਦਿਨ ਸਤਿਗੁਰੂ ਜੀ ਇਦਾਂ ਬਾਲਾ ਤੇ ਮਰਦਾਨਾ ਸਮੇਤ ਇਹਦੇ ਕੋਲੇ ਆਏ। ਤੇ ਜਦੋਂ ਉਹਨੇ ਪੁੱਛਿਆ ਇਹ ਫਕੀਰ ਕੌਣ ਹੈ, ਸਤਿਗੁਰੂ ਜੀ ਨੂੰ ਪੁੱਛਦਾ ਬੁੱਢਣ ਛਾਹ। ਬਾਲਾ ਤੇ ਮਰਦਾਨਾ ਜਦੋਂ ਪੁੱਛਣ ਲੱਗਿਆ ਉਹਨਾਂ ਨੇ ਦੱਸਿਆ ਜੀ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਹੈ। ਤੇ ਬੁੱਢਣ ਛਾਹ ਨੇ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਤੀ ਕਾਫੀ ਵਿਚਾਰ ਸਰਵਣ ਕੀਤੀ ਸੀ, ਅਜੇ ਤੱਕ ਦਰਸ਼ਨ ਨਹੀਂ ਪ੍ਰਾਪਤ ਹੋਏ ਸਨ। ਪਰ ਅੱਜ ਕਿਰਪਾ ਸਤਿਗੁਰ ਦੀ ਹੋਈ, ਦਰਸ਼ਨ ਪ੍ਰਾਪਤ ਹੋਏ ਨੇ। ਤੇ ਉਸ ਵੇਲੇ ਕਹਿੰਦੇ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲਾ ਸਮਝਿਆ ਬਾਬਾ ਬੁੱਢਣ ਛਾਹ ਨੇ। ਤੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਬਚਨ ਵਿਲਾਸ ਕੀਤੇ। ਗੁਰੂ ਨਾਨਕ ਦੇ ਮਹਾਰਾਜ ਨੇ ਬਾਬਾ ਬੁੱਢਣ ਛਾਹ ਨੂੰ ਗਿਆਨ ਪ੍ਰਦਾਨ ਕੀਤਾ। ਪੁੱਛਿਆ ਬੰਦਗੀ ਕਰਨੇ ਹੋ, ਉਹ ਪਰਮਾਤਮਾ ਦੀ ਬੰਦਗੀ ਪ੍ਰਾਪਤ ਕਰੋ ਜਿਹਦੇ ਵਿੱਚ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਤੇ ਬਾਬਾ ਬੁੱਢਣ ਛਾਹ ਨੂੰ ਬੰਦਗੀ ਬਖਸ਼ਿਸ਼ ਕਰਕੇ, ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਬਾਬਾ ਬੁੱਢਣ ਛਾਹ ਦੇ ਉੱਤੇ ਬੇਅੰਤ ਬਖਸ਼ਿਸ਼ ਕੀਤੀ ਗੁਰੂ ਨਾਨਕ ਦੇ ਮਹਾਰਾਜ ਨੇ। ਇਦਾਂ ਸਤਿਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਨੂੰ ਇਹ ਸਾਰੀ ਵਿਵਸਥਾ ਜਿਹੜੀ ਵਿਚਾਰ ਦੱਸ ਰਹੇ ਨੇ। ਉਸ ਵੇਲੇ ਸਤਿਗੁਰੂ ਜੀ ਦੇ ਸਨਮੁਖ ਬਾਬਾ ਗੁਰਦਿੱਤਾ ਜੀ ਸਾਰੀ ਵਿਚਾਰ ਸਰਵਣ ਕਰਦੇ ਆ। ਕਹਿੰਦੇ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਨਦਰੋਂ ਅੰਦਰ ਨਿਹਾਲ ਕੀਤਾ ਬਾਬਾ ਬੁੱਢਣ ਛਾਹ ਨੂੰ।
ਤੇ ਬੁੱਢਣ ਸ਼ਾਹ ਫਕੀਰ ਦੇ ਮਨ ਦੇ ਵਿੱਚ ਵਿਚਾਰ ਜਾਗੀ ਕਿ ਸਤਿਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ, ਮੈਂ ਵੀ ਸਤਿਗੁਰ ਦੀ ਸੇਵਾ ਕਰਾਂ। ਕਹਿੰਦੇ ਉਹਨੇ ਬੱਕਰੀਆਂ ਦਾ ਦੁੱਧ ਚੋ ਕੇ ਸਤਿਗੁਰੂ ਜੀ ਦੀ ਸੇਵਾ ਭੇਟਾ ਕੀਤਾ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਵੇਲੇ ਬਚਨ ਕੀਤੇ, ਇਹ ਦੁੱਧ ਦੀ ਸੇਵਾ ਅੱਜ ਨਹੀਂ, ਤੁਹਾਡੇ ਤੋਂ ਕਾਫੀ ਸਮਾਂ ਬਾਅਦ ਫੇਰ ਪ੍ਰਾਪਤ ਕਰਾਂਗੇ। ਬੁੱਢਣ ਸ਼ਾਹ ਨੇ ਫਿਰ ਬਚਨ ਕੀਤੇ, ਸਤਿਗੁਰੂ ਜੀ ਕਦੋਂ ਪ੍ਰਾਪਤ ਕਰੋਗੇ ਸੇਵਾ। ਉਸ ਵੇਲੇ ਸਤਿਗੁਰੂ ਜੀ ਨੇ ਇਹ ਵਿਚਾਰ ਸਰਵਣ ਕਰਕੇ ਬਾਬਾ ਬੁੱਢਣ ਸ਼ਾਹ ਨੇ ਬਚਨ ਕੀਤਾ, ਇਹ ਪ੍ਰਸ਼ਨ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਅੱਜ ਤੋਂ 6ਵੇਂ ਜਾਮੇ ਤੱਕ ਤੁਹਾਡੇ ਇਹ ਦੁੱਧ ਦੀ ਅਸੀਂ ਭੇਟਾ ਜਿਹੜੀ ਪ੍ਰਵਾਨ ਕਰਾਂਗੇ, ਉਹਨਾਂ ਟਾਈਮ ਸਾਡੀ ਮਾਨਤ ਸਾਂਭ ਕੇ ਰੱਖੋ। ਤੇ ਬਾਬਾ ਬੁੱਢਣ ਸ਼ਾਹ ਨੇ ਹੱਸ ਕੇ ਮੁਸਕਰਾ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆ ਜਿਹੜਾ ਦੁੱਧ ਇਹੋ ਜਿਹਾ ਪਦਾਰਥ ਹੈ, ਇਹ ਸਵੇਰ ਤੋਂ ਸ਼ਾਮ ਤੋਂ ਦੂਜੇ ਦਿਨ ਤੱਕ ਮਸਾਂ ਹੀ ਸਾਂਭਿਆ ਜਾਂਦਾ ਏ, ਸਤਿਗੁਰੂ ਜੀ ਤੇ ਖਰਾਬ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਨਹੀਂ, ਟੋਆ ਪੁੱਟ ਕੇ ਬਰਤਨ ਵਿੱਚ ਪਾ ਕੇ ਇਹਨੂੰ ਰੱਖ ਦਿਓ, 6ਵੇਂ ਜਾਮੇ ਵਿੱਚ ਆ ਕੇ ਤੁਹਾਡੇ ਤੁਸੀਂ ਆਪ ਹੀ ਦੁੱਧ ਦੀ ਸੇਵਾ ਪ੍ਰਾਪਤ ਕਰਾਂਗੇ। ਉਸ ਵੇਲੇ ਸਤਿਗੁਰੂ ਜੀ ਦੀ ਪਾਰ ਬਖਸ਼ਿਸ਼ ਹੋਈ। ਕਹਿੰਦੇ ਇਦਾਂ ਸਤਿਗੁਰੂ ਜੀ ਨੇ ਬਚਨ ਕੀਤੇ, ਬਚਨ ਕਰਕੇ ਚਲੇ ਗਏ। ਕਹਿੰਦੇ ਉਸ ਦਿਨ ਤੋਂ ਸਤਿਕਾਰਯੋਗ ਸ਼੍ਰੀ ਬੁੱਢਣ ਸ਼ਾਹ ਜੀ ਫਕੀਰ ਜੀ ਇਹ ਤੁਹਾਨੂੰ ਉਡੀਕ ਕਰ ਰਹੇ ਨੇ। ਜਦੋਂ ਤੁਸੀਂ ਉਹਨਾਂ ਕੋਲ ਜਾਵੋਗੇ ਤੇ ਤੁਹਾਡੇ ਵਿੱਚੋਂ ਗੁਰੂ ਨਾਨਕ ਦੇ ਮਾਰ ਦੇ ਉਹਨਾਂ ਨੂੰ ਦਰਸ਼ਨ ਆਉਣਗੇ, ਉਹਨਾਂ ਤੋਂ ਦੁੱਧ ਦੀ ਸੇਵਾ ਪ੍ਰਾਪਤ ਕਰਿਓ ਤੇ ਬਾਅਦ ਵਿੱਚੋਂ ਤੁਹਾਨੂੰ ਦੱਸਣਗੇ ਨਗਰ ਕਿੱਥੇ ਵਸਾਉਣਾ ਏ। ਉਸ ਵੇਲੇ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਸਤਿਗੁਰੂ ਜੀ ਤੋਂ ਬਚਨ ਸੁਣ ਕੇ ਬੜੇ ਨਦਰ ਨਿਹਾਲ ਹੋਏ ਨੇ ਤੇ ਆਗਿਆ ਲੈ ਕੇ ਘੋੜੇ ਤੇ ਸਵਾਰ ਹੋ ਕੇ ਕਹਿੰਦੇ ਇੱਧਰ ਜਿੱਧਰਲੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਵਰਦੀ ਸੀ, ਆਨੰਦਪੁਰ ਦੀ ਧਰਤੀ ਤੇ ਸਤਿਗੁਰੂ ਜੀ ਵਿਰਾਜਮਾਨ ਸਨ। ਇਧਰਲੇ ਪਾਸੇ ਕਹਿੰਦੇ ਕੀਰਤਪੁਰ ਦੀ ਧਰਤੀ ਤੇ ਚੱਲ ਪਏ ਨੇ ਬਿਆਸਾ ਵਾਹਿਗੁਰੂ ਸਤਲੁਜ ਦਰਿਆ ਦੇ ਕਿਨਾਰੇ। ਉਹ ਸਤਲੁਜ ਦਰਿਆ ਦੇ ਕਿਨਾਰੇ ਤੁਰਦੇ ਤੁਰਦੇ ਪਹਾੜੀਆਂ ਦਾ ਰਸਤਾ, ਵੱਡੇ ਪਹਾੜਾਂ ਦਾ ਰਸਤਾ ਤੈਅ ਕਰਦੇ ਬਾਬਾ ਗੁਰਦਿੱਤਾ ਜੀ ਪਹੁੰਚ ਗਏ ਉੱਥੇ ਜਿੱਥੇ ਬਾਬਾ ਬੁੱਢਣ ਸ਼ਾਹ ਜੀ ਵਿਰਾਜਮਾਨ ਹੈ, ਜਿਨ੍ਹਾਂ ਦੀ ਅਵਸਥਾ ਕਾਫੀ ਵਿਰਧ ਹੋ ਚੁੱਕੀ ਹੈ, ਜਿਨ੍ਹਾਂ ਦਾ ਸਰੀਰ ਕਾਫੀ ਵਿਰਧ ਹੋ ਚੁੱਕਿਆ, ਪਰ ਫਿਰ ਵੀ ਮਨ ਦੇ ਵਿੱਚ ਚਾਉ ਹੈ, ਮਨ ਦੇ ਵਿੱਚ ਉਡੀਕ ਹੈ ਕਿ ਸਤਿਗੁਰੂ ਗੁਰੂ ਨਾਨਕ ਦੇ ਮਾਰ ਦੇ ਦਰਸ਼ਨ ਹੋਣਗੇ, ਉਹ ਆਪ ਆ ਕੇ ਦੁੱਧ ਦੀ ਪ੍ਰਾਪਤ ਸੇਵਾ ਕਰਨਗੇ, ਮੇਰੇ ਤੇ ਬਖਸ਼ਿਸ਼ ਰਹਿਮਤ ਕਰਨਗੇ। ਮਨ ਦੇ ਵਿੱਚ ਵਿਚਾਰ ਹੈ, ਉਡੀਕ ਹੈ। ਉਸ ਵੇਲੇ ਉਡੀਕ ਦਾ ਰੋਜ਼ਾਨਾ ਬਾਬਾ ਬੁੱਢਣ ਸ਼ਾਹ ਫਕੀਰ ਇਦਾਂ ਬੇਨਤੀਆਂ ਪਿਆ ਕਰਦਾ, ਉਡੀਕ ਰਿਹਾ। ਅਚਨਚੇਤ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਪਹੁੰਚੇ। ਉਸ ਵੇਲੇ ਸਤਲੁਜ ਦੇ ਕਿਨਾਰੇ ਦਰਿਆ ਦੇ ਇਧਰ ਵੱਡੀਆਂ ਪਹਾੜੀਆਂ ਦਾ ਰਸਤਾ ਤੈਅ ਕਰਦੇ ਪਹੁੰਚੇ ਤੇ ਜਾ ਕੇ ਬੁੱਢਣ ਸ਼ਾਹ ਫਕੀਰ ਨੂੰ ਮਿਲੇ ਬਾਬਾ ਗੁਰਦਿੱਤਾ ਜੀ। ਤੇ ਉਸ ਵੇਲੇ ਜਦੋਂ ਗਏ ਨੇ, ਇਹ ਪੂਰਨ ਤੌਰ ਤੇ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਮੜੰਗਾ ਏ, ਜਿਹੜੀ ਸ਼ਕਲ ਹੈ, ਚਿਹਰਾ ਏ, ਉਹ ਗੁਰੂ ਨਾਨਕ ਦੇ ਮਾਰ ਦੇ ਨਾਲ ਮਿਲਦਾ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ, ਕਹਿੰਦੇ ਭੁਲੇਖਾ ਪੈਂਦਾ ਗੁਰੂ ਨਾਨਕ ਦੇ ਮਾਰ ਦਾ। ਉਸ ਵੇਲੇ ਬੜੇ ਖੁਸ਼ ਹੋਏ ਬਾਬਾ ਬੁੱਢਣ ਸ਼ਾਹ ਤੇ ਫਟਾਫਟ ਲਿਆ ਕੇ ਦੁੱਧ ਛਕਾਇਆ। ਜਿਹੜੀ ਦੁੱਧ ਦੀ ਸੇਵਾ ਸਤਿਗੁਰੂ ਜੀ ਦੇ ਗੁਰੂ ਨਾਨਕ ਦੇ ਮਾਰ ਦੇ ਸਨਮੁਖ ਪ੍ਰਦਾਨ ਕੀਤੀ, ਅੱਜ ਉਹ ਹੁਣ ਬਾਬਾ ਗੁਰਦਿੱਤਾ ਜੀ ਨੂੰ ਦੁੱਧ ਛਕਾਇਆ। ਬੜੀ ਮਨ ਦੇ ਵਿੱਚ ਖੁਸ਼ੀ ਪ੍ਰਾਪਤ ਹੋਈ ਫਕੀਰ ਬੁੱਢਣ ਸ਼ਾਹ ਦੇ। ਬਾਅਦ ਵਿੱਚੋਂ ਸਾਰੀ ਵਿਚਾਰ ਦੱਸੀ ਜੀ, ਮੈਨੂੰ 6ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਭੇਜਿਆ, ਅਸੀਂ ਉਹਨਾਂ ਦੇ ਪੁੱਤਰ ਹਾਂ, ਅਸੀਂ ਇੱਥੇ ਨਗਰ ਵਸਾਉਣਾ ਚਾਹੁੰਦੇ ਤੇ ਚੰਗੀ ਜਿਹੀ ਜਗ੍ਹਾ ਦੱਸੋ, ਸੁੰਦਰ ਅਸਥਾਨ ਦੱਸੋ ਜਿੱਥੇ ਨਗਰ ਵਸਾਈਏ। ਉਸ ਵੇਲੇ ਬਾਬਾ ਬੁੱਢਣ ਸ਼ਾਹ ਨੇ ਦੱਸਿਆ, ਕਹਿੰਦੇ ਇਸ ਦਰਿਆ ਦੇ ਕਿਨਾਰੇ, ਸਤਲੁਜ ਦੇ ਕਿਨਾਰੇ ਕਹਿੰਦੇ ਸੁੰਦਰ ਨਗਰ ਵਸਾਵੋ, ਪਹਾੜੀਆਂ ਦੇ ਵਿੱਚ
ਜਿਸ ਨਗਰ ਦਾ ਨਾਮ ਕੀਰਤਪੁਰ ਕਰਕੇ ਵਰਣਨ ਕੀਤਾ ਜਾਵੇਗਾ, ਉੱਥੇ ਕਹਿੰਦੇ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਨਗਰ ਵਸਾਉਣਾ ਕੀਤਾ। ਸਤਿਗੁਰ ਦੀ ਕਿਰਪਾ ਹੋਈ, ਜਿੱਥੇ ਦੂਰੋਂ ਦੂਰੋਂ ਸੰਗਤਾਂ ਆ ਕੇ ਜਿਹੜੇ ਲੋੜਵੰਦ ਸਨ ਲੋਕ, ਉਹਨਾਂ ਨੂੰ ਲਿਆ ਕੇ ਵਸਾਉਣਾ ਕੀਤਾ। ਸਿੱਖੀ ਦਾ ਵਿਸਤਾਰ ਕੀਤਾ। ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਇਦਾਂ ਕਰਕੇ ਕੀਰਤਪੁਰ ਦੀ ਧਰਤੀ ਤੇ ਨਗਰ ਵਸਾਉਣਾ ਕੀਤਾ। ਕੀਰਤਪੁਰ ਜਿਹਨੂੰ ਕਹਿੰਦੇ ਆ, ਇਹ ਸਤਿਕਾਰਯੋਗ ਫਕੀਰ ਬਾਬਾ ਬੁੱਢਣ ਸ਼ਾਹ ਦੇ ਕਹਿਣ ਤੇ ਬਾਬਾ ਗੁਰਦਿੱਤਾ ਜੀ ਨੇ ਨਗਰ ਵਸਾਇਆ। ਕਿਰਪਾ ਰਹਿਮਤ ਹੋਈ। 6ਵੇਂ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਹੈ ਬਾਬਾ ਗੁਰਦਿੱਤਾ ਜੀ। ਉਸ ਵੇਲੇ ਇਦਾਂ ਬਖਸ਼ਿਸ਼ ਰਹਿਮਤ ਹੋਣਾ ਕੀਤੀ। ਤਾਦੇ ਆਓ ਪਿਆਰੀ ਸੰਗਤ ਜੀ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਦੇ ਆ, ਕਿਵੇਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਆ। ਇਧਰ ਬਡਾਲੀ ਨਗਰ ਵਿਖੇ ਇੱਕ ਭਿਆਨਕ ਖੁੰਖਾਰ ਜੰਗਲੀ ਸੂਰ ਹੈ, ਜਿਹੜਾ ਕਿ ਸਤਿਗੁਰ ਦੇ ਸਿੱਖਾਂ ਨੂੰ ਬੜਾ ਤੰਗ ਪਰੇਸ਼ਾਨ ਪਿਆ ਕਰਦਾ। ਤੇ ਸਤਿਗੁਰੂ ਜੀ ਨੇ ਉਹ ਜੰਗਲੀ ਸੂਰ ਦਾ ਸ਼ਿਕਾਰ ਕਰਨਾ ਕਿਵੇਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਦੇ ਆ, ਕਿਵੇਂ ਕਰਕੇ ਸਿੱਖਾਂ ਨੂੰ ਇਤੋਂ ਨਿਜਾਤ ਬਖਸ਼ਿਸ਼ ਕਰਦੇ ਹੋ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦੇ ਆਂ, ਕਥਾ ਕਰਦੇ ਆਂ। ਅਨੇਕ ਪ੍ਰਕਾਰ ਦੀਆਂ तमाम ਗਲਤੀਆਂ, ਖਰਵਾਦਾ, ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨ। ਅੱਗੇ ਤੋਂ ਸਮੱਧ ਬਖਸ਼ਣ, ਬਾਣੀ ਪੜਨ ਦੀ, ਕਥਾ ਵਿਚਾਰ ਕਰਨ ਦੀ ਸਤਿਗੁਰੂ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਆਪ ਸੰਗਤ ਦਾ ਕਦਮ ਕਦਮ ਚੱਲਿਆ ਸਤਿਗੁਰੂ ਜੀ ਲੇਖੇ ਲਾਉਣ। ਆਓ ਸਤਿਗੁਰ ਦੇ ਸਨਮੁਖ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਦੀ ਕਿਰਪਾ ਕਰਦੇ ਨੇ।